ਜ਼ਿਮਨੀ ਚੋਣ ਦੰਗਲ ਦਾ ਆਗਾਜ਼ ਹੋ ਚੁੱਕਿਆ ਹੈ ਅਤੇ 4 ਸੂਬੇ ਦੀਆਂ 18 ਸੀਟਾਂ ਤੇ ਵੋਟਾਂ ਵੀ ਪੈ ਚੁੱਕੀਆਂ ਨੇ। ਹਾਲਾਂਕਿ ਇਹ ਚੋਣ ਨਤੀਜਾ ਕੋਈ ਵੱਡਾ ਬਦਲਾਅ ਦਾ ਸੰਕੇਤ ਨਹੀਂ ਹੈ, ਪਰ ਇਸ ਜ਼ਿਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਕਿੰਨੇ ਪਾਣੀ ਦੇ ਵਿੱਚ ਹੈ ਇਹ ਜ਼ਰੂਰ ਸਾਫ਼ ਹੋ ਜਾਏਗਾ। ਇਸ ਲਈ ਸਾਰੇ ਹੀ ਉਮੀਦਵਾਰਾਂ ਨੇ ਇਸ ਨੂੰ ਪੂਰੀ ਵਾਹ ਲਗਾ ਕੇ ਲੜਿਆ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਜ਼ਿਮਨੀ ਚੋਣ ਦੰਗਲ। ਪੰਜਾਬ ਦੀਆਂ 2 ਸੀਟਾਂ ਤੋਂ ਇਲਾਵਾ ਬਿਹਾਰ ਦੀਆਂ 10, ਮੱਧ ਪ੍ਰਦੇਸ਼ ਦੀਆਂ 3 ਅਤੇ ਕਰਨਾਟਕ ਦੀਆਂ 3 ਸੀਟਾਂ ਤੇ ਵੀ ਜ਼ਿਮਨੀ ਵੋਟਾਂ ਪਾਈਆਂ ਗਈਆਂ। ਹਰ ਸੂਬੇ ਦੇ ਵਿੱਚ ਸੱਤਾਧਾਰੀ ਧਿਰ ਲਈ ਇਹ ਮਤਦਾਨ ਉਸ ਦੀ ਮਜ਼ਬੂਤੀ ਲਈ ਲੋੜੀਂਦੀ ਹੈ, ਪਰ ਖਾਸ ਤੌਰ ਤੇ ਨਿਤਿਸ਼ ਕੁਮਾਰ ਅਤੇ ਲਾਲੂ ਪ੍ਰਸਾਦ ਜੋ ਕਿ ਕਾਂਗਰਸ ਦੇ ਨਾਲ ਮਿਲ ਕੇ ਚੋਣ ਮੈਦਾਨ ਦੇ ਵਿੱਚ ਨੇ, ਉਹਨਾਂ ਲਈ ਇਹ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ। ਵੀਰਵਾਰ 21 ਅਗਸਤ ਨੂੰ 4 ਸੂਬਿਆਂ ਦੀ 18 ਸੀਟਾਂ ਤੇ ਵੋਟਾਂ ਪਈਆਂ ਤੇ ਇਹਨਾਂ 4 ਸੂਬਿਆਂ ਦੇ ਵਿੱਚ ਬਿਹਾਰ ਸਭ ਤੋਂ ਪ੍ਰਮੁੱਖ ਸੂਬਾ ਹੈ। ਇੱਥੇ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੀ ਕਰੜੀ ਪ੍ਰੀਖਿਆ ਹੈ। ਬਿਹਾਰ ਵਿਧਾਨ ਸਭਾ ਦੀ 10 ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਵਿੱਚ ਜਨਤਾ ਦਾ ਫੈਸਲਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਵਿੱਚ ਕੈਦ ਹੋ ਗਿਆ। ਬਿਹਾਰ ਤੋਂ ਇਲਾਵਾ ਜਿਹੜੇ ਹੋਰ 3 ਸੂਬਿਆਂ ਦੇ ਉੱਤੇ 8 ਸੀਟਾਂ ਤੇ ਮਤਦਾਨ ਹੋਇਆ, ਉਹਨਾਂ ਵਿੱਚ ਕਰਨਾਟਕਾਂ ਦੀ 3, ਮੱਧ ਪ੍ਰਦੇਸ਼ ਦੀ 3 ਤੇ ਪੰਜਾਬ ਦੀ 2 ਸੀਟਾਂ ਸ਼ਾਮਿਲ ਨੇ। ਸ਼ੁਰੂਆਤੀ ਦੌਰ ਦੇ ਵਿੱਚ VOTING ਦੀ ਗਤੀ ਹੌਲੇ ਚੱਲੀ, ਪਰ ਉਸ ਤੋਂ ਬਾਅਦ ਇਹ ਗਤੀ ਵਧਦੀ ਗਈ। ਵੋਟਾਂ ਦੀ ਗਿਣਤੀ ਦਾ ਕੰਮ 25 ਅਗਸਤ ਨੂੰ ਹੋਵੇਗਾ। VOTING ਦੌਰਾਨ ਕੁਝ ਮਤਦਾਨ ਕੇਂਦਰਾਂ ਤੇ VOTING ਮਸ਼ੀਨ ਦੀ ਖਰਾਬੀ ਨੂੰ ਲੈ ਕੇ ਕੁਝ ਸਮੇਂ ਤੱਕ VOTING ਨੂੰ ਰੋਕਣਾ ਵੀ ਪਿਆ। ਫਿਰ ਸਮੇਂ ਬਿਹਾਰ ਵਿਧਾਨ ਸਭਾ ਉਪਚੋਣ ਦੇ ਵਿੱਚ ਵੋਟਰ ਘੱਟ ਤੋਂ ਘੱਟ ਨਿਕਲੇ। ਕਈ ਬੂਥਾਂ ਤੇ ਸਵੇਰ ਤੱਕ ਕਾਫੀ ਘੱਟ ਮਤਦਾਤਾ ਨਜ਼ਰ ਆਏ ਤੇ ਕਈ ਥਾਈਂ ਮਤਦਾਨ ਕਰਮਚਾਰੀ ਸਮਾਂ ਕੱਢਦੇ ਦਿਸੇ। ਬਾਰਿਸ਼ ਤੇ ਬਾੜ ਕਰਕੇ ਵੀ ਕਈ ਥਾਵਾਂ ਤੇ ਲੋਕ ਬੂਥ ਤੱਕ ਪਹੁੰਚਣ ਦੇ ਵਿੱਚ ਦਿੱਕਤ ਮਹਿਸੂਸ ਕਰ ਰਹੇ ਸਨ। ਕਈ ਥਾਵਾਂ ਤੇ ਵੋਟਰਾਂ ਦਾ ਉਤਸ਼ਾਹ ਘੱਟ ਦਿਖਿਆ, ਪਰ ਸ਼ਾਮ ਹੁੰਦੇ ਵੋਟਰਾਂ ਦੀ ਕਤਾਰਾਂ ਵਧੀਆਂ ਤੇ ਵੋਟ ਫੀਸਦ ਵੀ ਵਧਿਆ। ਦੱਸ ਦਈਏ ਕਿ ਅਗਲੀ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਜਨਤਾ ਦਾ ਰੁਖ ਕਿਸ ਵੱਲ ਹੈ, ਇਹ ਸਾਫ਼ ਹੋ ਜਾਏਗਾ ਇਸ ਜ਼ਿਮਨੀ ਚੋਣ ਦੇ ਵਿੱਚ। ਇਹਨਾਂ ਸੀਟਾਂ ਤੇ ਲੋਕ ਸਭਾ ਚੋਣ ਜਿੱਤਣ ਵਾਲੇ ਸੰਸਦ ਲੋਕ ਸਭਾ ਵਿੱਚ ਪਹੁੰਚੇ ਨੇ। ਐਸੇ ਕਰਕੇ ਹੀ ਇਹ ਸੀਟਾਂ ਖਾਲੀ ਹੋਈਆਂ ਤੇ ਹੁਣ ਇਹਨਾਂ ਤੇ ਚੋਣਾਂ ਹੋ ਰਹੀਆਂ ਨੇ। ਆਪਣੀ ਰਾਜਨੀਤਿਕ ਹੋਂਦ ਨੂੰ ਬਚਾਉਣ ਦੇ ਲਈ JDU ਤੇ RJD ਕਾਂਗਰਸ ਦੇ ਸਾਂਝਾ ਉਮੀਦਵਾਰਾਂ ਦੇ ਲਈ ਜਿੱਥੇ ਲਾਲੂ ਤੇ ਨਿਤਿਸ਼ ਨੇ ਕਈ ਵਿਧਾਨ ਸਭਾ ਖੇਤਰਾਂ ਦੇ ਵਿੱਚ ਮਿਲ ਕੇ ਚੋਣ ਸਭਾਵਾਂ ਨੂੰ ਸੰਬੋਧਿਤ ਕੀਤਾ, ਉੱਥੇ ਭਾਜਪਾ ਦੇ ਪ੍ਰਦੇਸ਼ ਨੇਤਾਵਾਂ ਨੇ NDA ਦੇ ਘਟਕ ਦਲ ਲੋਕ ਜਨਸ਼ਕਤੀ ਪਾਰਟੀ ਸੁਪਰੀਮੋ ਰਾਮਵਿਲਾਸ ਪਾਸਵਾਨ ਤੇ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਦੇ ਨਾਲ ਮਿਲ ਕੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। ਬਿਹਾਰ ਦੀ ਹਾਜੀਪੁਰ, ਛਪਰਾ, ਮੋਹਿਤਨਗਰ, ਪਰਬਤਾ, ਬਾਗਲਪੁਰ, ਰਾਜਨਗਰ, ਜਾਲੇ, ਮੋਹਨੀਆ, ਨਰਕਟਿਆਗੰਜ ਤੇ ਬਾਂਕਾ ਵਿਧਾਨ ਸਭਾ ਸੀਟਾਂ ਦੇ ਲਈ ਕੁੱਲ 2422 ਮਤਦਾਨ ਕੇਂਦਰ ਬਣਾਏ ਗਏ। ਇਹਨਾਂ ਜ਼ਿਮਨੀ ਚੋਣਾਂ ਦੀ VOTING ਦੇ ਵਿੱਚ ਕੁੱਲ 26,42,407 ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਇਹਨਾਂ ਦੇ ਵਿੱਚ 14,24,937 ਪੁਰਸ਼ ਮਤਦਾਤਾ ਤੇ 12,17,383 ਮਹਿਲਾ ਮਤਦਾਤਾ ਸ਼ਾਮਿਲ ਸਨ। ਬਿਹਾਰ ਵਿਧਾਨ ਸਭਾ ਦੀ ਇਹਨਾਂ 10 ਸੀਟਾਂ ਦੇ ਵਿੱਚੋਂ ਭਾਗਲਪੁਰ ਦੇ ਵਿੱਚ ਸਭ ਤੋਂ ਵਧੇਰੇ ਵੋਟਰ ਸਨ। ਇਹ ਸਨ 3,11,690, ਜਦਕਿ ਘੱਟ ਵੋਟਰ ਦੇਖੇ ਗਏ ਨਰਕਟਿਆਗੰਜ ਦੇ ਵਿੱਚ, ਜਿੱਥੇ 2,24,843 ਵੋਟਰ ਸਨ। ਬਿਹਾਰ ਉਪਚੋਣ ਦੇ ਵਿੱਚ ਆਪਣੀ ਕਿਸਮਤ ਆਜ਼ਮਾ ਰਹੇ ਕੁੱਲ 94 ਉਮੀਦਵਾਰਾਂ ਦੇ ਵਿੱਚੋਂ 5 ਮਹਿਲਾ ਉਮੀਦਵਾਰ ਨੇ, ਜਦਕਿ 15 ਉਮੀਦਵਾਰ ਹਾਜ਼ੀਪੁਰ ਤੇ ਸਭ ਤੋਂ ਘੱਟ ਉਮੀਦਵਾਰ ਰਾਜਨਗਰ ਤੇ ਬਾਂਕਾ ਤੋਂ ਸਨ। ਚੋਣ ਕਮਿਸ਼ਨ ਨੇ ਸੁਚਾਰੂ ਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਮਤਦਾਨ ਹੋਵੇ, ਇਸੇ ਲਈ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ। ਚੋਣ ਕਮਿਸ਼ਨ ਨੇ ਮਤਦਾਨ ਪ੍ਰਕਿਰਿਆ ਤੇ ਨਜ਼ਰ ਰੱਖਣ ਦੇ ਲਈ ਵੀ 888 ਮਾਈਕਰੋ ਆਬਜ਼ਰਵਰ ਦੀ ਤੈਨਾਤੀ ਕੀਤੀ, 129 ਵੀਡੀਓ ਕੈਮਰਾਜ਼, 796 ਡਿਜੀਟਲ ਕੈਮਰਾ ਤੇ 165 ਮਤਦਾਨ ਕੇਂਦਰਾਂ ਤੇ ਲਾਈਵ ਵੈਬਕਾਸਟਿੰਗ ਦੀ ਵਿਵਸਥਾ ਕੀਤੀ। 4 ਸੂਬਿਆਂ ਦੀ 18 ਸੀਟਾਂ ਤੇ ਹੋਈ ਇਸ VOTING ਦੇ ਵਿੱਚ ਮਤਦਾਤਾਵਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ। ਜੇ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਲਈ ਵੀ 2 ਸੀਟਾਂ ਤੇ ਜ਼ਿਮਨੀ ਚੋਣਾਂ ਹੋਈਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਲਵੰਡੀ ਸਾਬੋ ਦੀ, ਜੋ ਕਿ ਵਕਾਰ ਦਾ ਸਵਾਲ ਬਣੀ ਹੋਈ ਹੈ ਦੋਵਾਂ ਅਹਿਮ ਪਾਰਟੀਆਂ ਦੇ ਲਈ। ਜਿੱਥੇ ਸੱਤਾਧਾਰੀ ਧਿਰ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਉੱਥੇ ਹੀ ਕਾਂਗਰਸ ਨੇ ਹਰਮਿੰਦਰ ਜੱਸੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਜਦਕਿ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਅਤੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਦਿਲਚਸਪ ਮੋੜ ਉਦੋਂ ਆਇਆ ਜਦੋਂ ਆਪ ਦੇ ਪਹਿਲਾ ਉਮੀਦਵਾਰ ਰਹੇ ਬਲਕਾਰ ਸਿੱਧੂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ। ਪੰਜਾਬ ਦੀ ਜ਼ਿਮਨੀ ਚੋਣ ਦੰਗਲ ਵਿੱਚ 2 ਸੀਟਾਂ ਤੇ ਖੁੱਲ੍ਹ ਕੇ ਮਤਦਾਨ ਹੋਇਆ। ਸਵੇਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਮਤਦਾਨ ਹੋਇਆ। ਸਵੇਰ ਸਮੇਂ ਤੋਂ ਹੀ ਲੋਕਾਂ ਵਿੱਚ ਵੋਟ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲਿਆ, ਜੋ ਸ਼ਾਮ ਤੱਕ ਲੰਬੀਆਂ ਕਤਾਰਾਂ ਦੇ ਵਿੱਚ ਤਬਦੀਲ ਹੋ ਗਿਆ। ਪਟਿਆਲਾ ਤੇ ਤਲਵੰਡੀ ਸਾਬੋ ਜ਼ਿਮਨੀ ਚੋਣ ਦੇ ਲਈ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਤੇ ਹੁਣ ਇਹਨਾਂ ਸਾਰਿਆਂ ਦਾ ਭਵਿੱਖ EVM ਮਸ਼ੀਨ ਦੇ ਵਿੱਚ ਕੈਦ ਹੋ ਗਿਆ। ਮੁੱਖ ਤੌਰ ਤੇ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਮਹਿੰਦਰ ਸਿੱਧੂ ਦਾ ਮੁਕਾਬਲਾ ਕਾਂਗਰਸ ਦੇ ਹਰਮਹਿੰਦਰ ਜੱਸੀ ਦੇ ਨਾਲ ਹੈ।
ਜਦਕਿ ਆਪ ਦੀ ਬਲਜਿੰਦਰ ਕੌਰ ਖਾਲਸਾ ਤੇ ਆਪ ਤੋਂ ਬਾਗੀ ਬਲਕਾਰ ਸਿੱਧੂ ਵੀ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਨੇ। ਤਲਵੰਡੀ ਸਾਬੋ ਰਾਮਾ ਮੰਡੀ ਦੇ ਵਾਰਡ ਨੰਬਰ 4 ਵਿੱਚ VOTING ਪ੍ਰਕਿਰਿਆ ਜਦ ਅਖੀਰਲੇ ਪੜਾਅ ਤੇ ਸੀ ਤਾਂ ਬੂਥ ਕੈਪਚਰਿੰਗ ਦੀ ਘਟਨਾ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਤੇ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਜੱਸੀ ਦੇ ਗਨਮੈਨ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ, ਪਰ ਮੁਸਤੈਦ ਪ੍ਰਸ਼ਾਸਨ ਨੇ ਜਲਦ ਹਾਲਾਤਾਂ ਨੂੰ ਕਾਬੂ ਵਿੱਚ ਕੀਤਾ। 21 ਅਗਸਤ ਨੂੰ ਤਲਵੰਡੀ ਸਾਬੋ ਜਿਮਨੀ ਚੋਣ ਲਈ ਵੋਟਾਂ ਪਈਆਂ ਤੇ ਅਮਨੋ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਨੇਪਰੇ ਚੜਿਆ। 159 ਪੋਲਿੰਗ ਸਟੇਸ਼ਨ ਬਣਾਏ ਗਏ ਸੀ ਅਤੇ ਸਵੇਰ 7 ਵਜੇ ਤੋਂ ਲੈ ਕੇ 6 ਵਜੇ ਤੱਕ ਪੋਲਿੰਗ ਦੀ ਪ੍ਰਕਿਰਿਆ ਚੱਲੀ ਤੇ ਪੂਰੀ ਤਰ੍ਹਾਂ ਸੁਰੱਖਿਆ ਵੀ ਕਰੜੇ ਪ੍ਰਬੰਧ ਕੀਤੇ ਗਏ ਸੀ। ਕੇਂਦਰੀ ਸੁਰੱਖਿਆ ਬਲ ਤੈਨਾਤ ਹਰ ਬੂਥ ਤੇ ਕੀਤੇ ਗਏ ਸੀ। ਪੰਜਾਬ ਪੁਲਿਸ ਵੀ ਤੈਨਾਤ ਕੀਤੀ ਗਈ ਸੀ ਤੇ ਅਮਨੋ ਅਮਾਨ ਨਾਲ ਸਾਰਾ ਜਿਹੜਾ ਕੰਮ ਨੇਪਰੇ ਚੜਿਆ ਹੈਗਾ ਤੇ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਵਿਖਾਈ ਦਿੱਤਾ ਹੈਗਾ। ਉਮੀਦਵਾਰਾਂ ਦੇ ਵਿੱਚ ਵੀ ਇੱਕ ਉਤਸ਼ਾਹ ਵਿਖਾਈ ਦਿੱਤਾ ਹੈਗਾ। ਜੇਕਰ ਉਮੀਦਵਾਰਾਂ ਦੀ ਇਹ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਹਰਮਿੰਦਰ ਸਿੰਘ ਜੱਸੀ ਮੈਦਾਨ ਦੇ ਵਿੱਚ ਸੀ ਤੇ ਸ਼੍ਰੋਮਣੀ ਅਕਾਲੀ ਦਲ BJP ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਹਿਲਾਂ ਬਲਕਾਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਸੀ, ਪਰ ਉਸ ਦੀ ਟਿਕਟ ਕੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮੈਦਾਨ ਦੇ ਵਿੱਚ ਉਤਾਰਿਆ। ਪਰ ਆਮ ਆਦਮੀ ਪਾਰਟੀ ਤੋਂ ਟਿਕਟ ਕੱਟਣ ਤੋਂ ਬਾਅਦ ਬਲਕਾਰ ਸਿੰਘ ਸਿੱਧੂ ਆਜ਼ਾਦ ਉਮੀਦਵਾਰ ਦੇ ਚੋਣ ਮੈਦਾਨ ਦੇ ਵਿੱਚ ਡਟੇ ਰਹੇ। ਉਸ ਤੋਂ ਬਾਅਦ 7 ਉਮੀਦਵਾਰ ਟੋਟਲ ਮੈਦਾਨ ਦੇ ਵਿੱਚ ਰਹੇ। ਹੁਣ ਜਿਹੜੀ ਉਹਨਾਂ ਦੀ ਕਿਸਮਤ EVM ਦੇ ਵਿੱਚ ਕੈਦ ਹੋ ਚੁੱਕੀ ਹੈ ਤੇ 25 ਤਰੀਕ ਨੂੰ ਇਹ ਫੈਸਲਾ ਆਣਾ ਹੈਗਾ ਤੇ ਹੁਣ ਵੇਖਣਾ ਹੋਵੇਗਾ ਕਿ ਵੋਟਰਾਂ ਨੇ ਕਿਸ ਉਮੀਦਵਾਰ ਨੂੰ ਫਤਵਾ ਜਾਰੀ ਕੀਤਾ। ਪਟਿਆਲਾ ਵਿੱਚ ਮੁੱਖ ਮੁਕਾਬਲਾ ਕਾਂਗਰਸ ਦੀ ਪ੍ਰਨੀਤ ਕੌਰ ਤੇ ਅਕਾਲੀ ਭਾਜਪਾ ਦੇ ਭਗਵਾਨ ਦਾਸ ਚੁਨੇਜਾ ਵਿਚਕਾਰ ਹੈ, ਪਰ ਆਪ ਉਮੀਦਵਾਰ ਹਰਜੀਤ ਅਦਾਲਤੀਵਾਲਾ ਵੀ ਮੁਕਾਬਲੇ ਵਿੱਚ ਨੇ ਤੇ ਆਪਣੀ ਜਿੱਤ ਦਾ ਦਾਅਵਾ ਕਰਦੇ ਨੇ। ਲੋਕ ਤਬਦੀਲੀ ਚਾਹੁੰਦੇ ਨੇ। ਲੋਕ ਇਸ ਨਿਜ਼ਾਮ ਤੋਂ ਬੜੇ ਦੁਖੀ ਹੋ ਚੁੱਕੇ ਨੇ, ਅਕਾਲੀ ਦਲ ਤੇ ਕਾਂਗਰਸ ਤੋਂ। ਇਹਨਾਂ ਨੇ ਆਪਣੀ ਵਾਰੀ ਬੰਨੀ ਹੋਈ ਹੈ, ਕਦੀ ਕਾਂਗਰਸ ਤੇ ਕਦੀ ਅਕਾਲੀ ਦਲ। ਪਿਛਲੇ 67 ਸਾਲਾਂ ਚੋਂ ਇਹਨਾਂ ਨੇ ਲੋਕਾਂ ਨੂੰ ਇਹਨਾਂ ਲਾਰੇ ਲੱਪੇ ਲਾ ਕੇ ਰੱਖੇ, ਕੰਮ ਤਾਂ ਕੀਤੇ ਨਹੀਂ। ਇਸ ਕਰਕੇ ਹੁਣ ਲੋਕ ਉਮੀਦ ਆ ਵੀ ਇਹਨੂੰ ਚੱਲਦਾ ਕਰਨਗੇ। ਦੂਸਰੀ ਗੱਲ ਜਿਹੜੀ ਆਪਾਂ ਕਰਦੇ ਹਾਂ, ਪੰਜਾਬ ਦੇ ਵਿੱਚ ਇੱਕ ਨਵੀਂ ਸੋਚ ਆਈ ਹੈ। ਪਹਿਲਾਂ ਤਾਂ ਕੋਈ ਦੋ ਹੀ ਪਾਰਟੀਆਂ ਸਨ ਤੇ ਦੋਨੋਂ ਚੋਰ ਇਹ ਦੇਖਦੇ ਸਨ ਲੋਕ ਵੀ ਕਿਹੜਾ ਵੱਡਾ ਚੋਰ ਹੈ ਕਿਹੜਾ ਛੋਟਾ ਚੋਰ ਹੈ, ਉਹਨੂੰ ਲੱਭਿਆ ਜਾਵੇ। ਪਰ ਹੁਣ ਨਵੀਂ ਸੋਚ ਜਿਹੜੀ ਹਿੰਦੁਸਤਾਨ ਦੇ ਵਿੱਚ ਆਈ ਹੈ ਕੇਜਰੀਵਾਲ ਦੀ, ਉਹ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਦੇਖਿਆ ਹੀ ਹੈ ਕਿ ਪਾਰਲੀਮੈਂਟ ਦੇ ਵਿੱਚ 4 ਸੀਟਾਂ ਜਿੱਤੀਆਂ, ਬਹੁਤ ਗਿਣਤੀ ਦੇ ਵਿੱਚ ਵੋਟਾਂ ਲਈਆਂ ਜਿੱਥੇ ਅਸੀਂ ਹਾਰੇ ਵੀ ਹਾਂ। ਸੋ ਇਸ ਕਰਕੇ ਲੋਕ ਇੱਥੇ ਚਾਹੁੰਦੇ ਨੇ ਹੁਣ ਵੀ ਕੇਜਰੀਵਾਲ ਦੀ ਸੋਚ ਨੂੰ ਅੱਗੇ ਲੈ ਕੇ ਆਈਏ ਤੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਅਸੀਂ ਪੰਜਾਬ ਦਾ ਕੋਈ ਭਲਾ ਕਰੀਏ, ਪਟਿਆਲੇ ਦਾ ਕੋਈ ਭਲਾ ਕਰੀਏ। ਕਿਉਂਕਿ ਅਕਾਲੀ ਦਲ ਨੇ ਪਿਛਲੇ 7.5 ਸਾਲਾਂ ਦੇ ਵਿੱਚ ਪਟਿਆਲੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ। ਟੁੱਟੀਆਂ ਹੋਈਆਂ ਸੜਕਾਂ, ਜਗ੍ਹਾ ਜਗ੍ਹਾ ਖੱਡੇ ਪਏ ਹੋਏ ਹਨ। ਮਹਾਰਾਣੀ ਪ੍ਰਨੀਤ ਕੌਰ ਜੇ ਤੁਸੀਂ ਦੇਖਦੇ ਆ ਤਾਂ ਉਹ ਵੀ 15 ਸਾਲ ਇੱਥੋਂ ਮੈਂਬਰ ਪਾਰਲੀਮੈਂਟ ਰਹੇ, ਉਹਨਾਂ ਵੀ ਕੁਝ ਨਹੀਂ ਕੀਤਾ ਪਟਿਆਲੇ ਦੇ ਵਿੱਚ, ਕੋਈ ਪੈਸਾ ਨਹੀਂ ਲਾਇਆ। ਸੋ ਲੋਕ ਇਹਨਾਂ ਤੋਂ ਬਹੁਤ ਦੁਖੀ ਹਨ, ਲੋਕ ਇਹਨਾਂ ਨੂੰ ਚੱਲਦਾ ਕਰਨ ਲਈ ਤਿਆਰ ਹਨ। ਸੋ ਇਸ ਕਰਕੇ ਲੋਕ ਚਾਹੁੰਦੇ ਹਨ ਕਿ ਅਸੀਂ ਕੇਜਰੀਵਾਲ ਦੀ ਜੋ ਸੋਚ ਹੈ ਕਿ ਕਰਪਸ਼ਨ ਨੇ ਹਿੰਦੁਸਤਾਨ ਦੇ ਵਿੱਚੋਂ ਖਤਮ ਕੀਤਾ ਜਾਵੇ, ਮਹਿੰਗਾਈ ਜਿਹੜੀ ਬੇਰੁਜ਼ਗਾਰੀ ਉਹਨੂੰ ਦੇਸ਼ ਦੇ ਵਿੱਚੋਂ ਭਜਾਇਆ ਜਾਵੇ ਤੇ ਨਵੀਂ ਸੋਚ ਲੈ ਕੇ ਆਂਦੀ ਜਾਵੇ। ਤਲਵੰਡੀ ਸਾਬੋ ਦੇ ਵਿੱਚ ਕੁੱਲ 1,44,316 ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਤੇ ਇਸ ਦੇ ਲਈ ਪ੍ਰਸ਼ਾਸਨ ਵੱਲੋਂ 159 ਪੋਲਿੰਗ ਸਟੇਸ਼ਨਾਂ ਦੀ ਉਸਾਰੀ ਕੀਤੀ ਗਈ ਸੀ, ਜਿਨ੍ਹਾਂ ਵਿੱਚ 128 ਦਿਹਾਤੀ ਅਤੇ 31 ਸ਼ਹਿਰੀ ਖੇਤਰ ਦੇ ਵਿੱਚ ਬਣਾਏ ਗਏ ਸਨ। ਇਹਨਾਂ ਪੋਲਿੰਗ ਬੂਥਾਂ ਦੇ ਵਿੱਚ 38 ਅਜਿਹੇ ਵੀ ਸਨ ਜਿਨ੍ਹਾਂ ਨੂੰ ਅਤ ਸੰਵੇਦਨਸ਼ੀਲ ਐਲਾਨਿਆ ਗਿਆ ਸੀ ਤੇ ਇਹਨਾਂ ਵਿੱਚ 34 ਬੂਥਾਂ ਤੇ ਮਾਈਕਰੋ ਆਬਜ਼ਰਵਰ ਲਗਾਏ ਗਏ। CCTV ਕੈਮਰਾਜ਼ ਤੋਂ ਇਲਾਵਾ ਵੀਡੀਓਗ੍ਰਾਫੀ ਵੀ ਕੀਤੀ ਗਈ, ਜਦਕਿ ਪਟਿਆਲਾ ਦੇ ਵਿੱਚ 1,51,613 ਵੋਟਰਾਂ ਵੱਲੋਂ ਆਪਣੇ ਹੱਕ ਦਾ ਇਸਤੇਮਾਲ ਕੀਤਾ ਗਿਆ। ਪਟਿਆਲਾ ਦੇ ਵਿੱਚ 170 ਚੋਣ ਬੂਥ ਬਣਾਏ ਗਏ ਸਨ ਤੇ ਇਹਨਾਂ ਸਾਰਿਆਂ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਿਸ ਦੇ ਹੱਕ ਦਾ ਫਤਵਾ ਹੈ ਜਨਤਾ ਨੇ EVM ਮਸ਼ੀਨ ਦੇ ਵਿੱਚ ਬੰਦ ਕਰ ਦਿੱਤਾ ਹੈ, ਜਿਸ ਦਾ ਖੁਲਾਸਾ 25 ਅਗਸਤ ਨੂੰ ਹੋਵੇਗਾ। ਗੱਲ ਕਰਦੇ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੀ। ਪਟਿਆਲਾ ਦੀ ਸ਼ਹਿਰੀ ਸੀਟ ਦੇ ਲਈ ਜਿੱਥੇ ਕਾਂਗਰਸ ਨੇ ਪ੍ਰਨੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਨਵਾਂ ਪੈਂਤਰਾ ਖੇਡਦਿਆਂ ਹੋਇਆਂ ਇੱਕ ਅਜਿਹੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਲੱਗਿਆ ਹੋਇਆ, ਭਗਵਾਨ ਦਾਸ ਚੁਨੇਜਾ, ਜਿਹਨੂੰ ਕਿ ਸਾਰਾ ਪਟਿਆਲਾ ਚੰਗੀ ਤਰ੍ਹਾਂ ਜਾਣਦਾ ਹੈ। ਦੂਜੇ ਪਾਸੇ ਹਰਜੀਤ ਸਿੰਘ ਅਦਾਲਤੀਵਾਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਕੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਹਲਚਲ ਸ਼ੁਰੂ ਹੋ ਗਈ ਹੈ। ਇਹ ਸੀਟ ਕੈਪਟਨ ਅਮਰਿੰਦਰ ਤੇ MP ਬਣਨ ਤੋਂ ਬਾਅਦ ਖਾਲੀ ਹੋਈ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸ਼ਾਹੀ ਸ਼ਹਿਰ ਦੀ ਸਿਆਸਤ ਦੇ ਵਿੱਚ ਕੋਹਲੀ ਅਤੇ ਰਖੜਾ ਪਰਿਵਾਰ ਅਤੇ ਵਿਸ਼ਨੂੰ ਸ਼ਰਮਾ ਵਰਗੇ ਟਿਕਟ ਦੇ ਦਿੱਗਜ ਦਾਅਵੇਦਾਰਾਂ ਦੀ ਬਜਾਏ ਡਿਪਟੀ CM ਸੁਖਬੀਰ ਬਾਦਲ ਨੇ ਸਮਾਜ ਸੇਵਕ ਹਾਂ। ਸ਼ੁਰੂ ਤੋਂ ਪਟਿਆਲੇ ਦੇ ਵਾਸੀਆਂ ਦੀ ਮੈਂ ਸੇਵਾ ਕਰਦਾ ਆ ਰਿਹਾ ਔਰ ਜੋ ਮੈਨੂੰ ਮੇਰੇ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਮਜੀਠੀਆ ਸਾਹਿਬ
और अपने मलूका साहब और रखड़ा साहब और बाकी समूह पार्टी ने ਜਿਹੜਾ मेरे ते ਜ਼ਿੰਮੇਵਾਰੀ लाई है, मैं पूरी तनदेही ਨਾਲ ਨਿਭਾਵਾਂਗਾ। ਆਮ ਆਦਮੀ ਪਾਰਟੀ ਨੇ ਹਰਜੀਤ ਸਿੰਘ ਅਦਾਲਤੀਵਾਲਾ ਨੂੰ ਪਟਿਆਲਾ ਬਾਈ ਇਲੈਕਸ਼ਨ ਦੇ ਵਿੱਚ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਹੈ। ਅਦਾਲਤੀਵਾਲਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ। ਡਾਕਟਰ ਬਲਬੀਰ ਸਿੰਘ ਨੂੰ ਟਿਕਟ ਮਿਲਣ ਦਾ ਪੂਰਾ ਚਾਂਸ ਸੀ ਅਤੇ 3 ਦਿਨ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨੂੰ ਆਪਣਾ ਪੂਰਾ ਬਾਇਓਡਾਟਾ ਮੇਲ ਵੀ ਕਰ ਦਿੱਤਾ ਸੀ, ਪਰ ਟਿਕਟ ਅਦਾਲਤੀਵਾਲਾ ਨੂੰ ਮਿਲ ਗਈ। ਅਦਾਲਤੀਵਾਲਾ ਦਾ ਪਰਿਵਾਰ ਆਜ਼ਾਦੀ ਤੋਂ ਪਹਿਲਾਂ ਉਹਨਾਂ ਦੇ ਦਾਦਾ ਪਾਕਿਸਤਾਨ ਦੇ ਵਿੱਚ ਮਹੰਤਾ ਤੋਂ ਗੁਰਦੁਆਰਾ ਛਡਾਉਣ ਦੇ ਵਿੱਚ ਸ਼ਹੀਦ ਹੋ ਗਏ ਸਨ। ਦਰਅਸਲ ਹਰਜੀਤ ਸਿੰਘ ਅਦਾਲਤੀਵਾਲਾ ਵੀ ਪਹਿਲਾਂ ਅਕਾਲੀ ਦਲ ਦਾ ਹੀ ਇੱਕ ਹਿੱਸਾ ਸਨ। ਉਹਨਾਂ ਨੇ ਕੰਬੋਜ ਆਰਗੇਨਾਈਜੇਸ਼ਨ ਸੰਗਠਨ ਯਾਨੀ ਕਿ KY ਬਣਾਇਆ। 7 ਅਕਤੂਬਰ 2007 ਨੂੰ ਪਟਿਆਲਾ ਦੇ ਵਿੱਚ ਪਹਿਲੀ ਰੈਲੀ ਕੀਤੀ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹੋਏ। ਅਕਾਲੀ ਦਲ ਨੇ ਉਹਨਾਂ ਨੂੰ ਬੈਕਵਰਡ ਕਲਾਸ ਦਾ ਵਾਈਸ ਚੇਅਰਮੈਨ ਬਣਾਇਆ, ਪਰ ਇਸੇ ਸਾਲ 4 ਅਪ੍ਰੈਲ 2014 ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਸੋ ਕੁੱਲ ਮਿਲਾ ਕੇ ਮੁਕਾਬਲਾ ਸਿੱਧਾ ਪਟਿਆਲਾ ਦੇ ਵਿੱਚ ਤਿਕੋਣਾ ਜਾਪ ਰਿਹਾ। ਕਾਂਗਰਸ ਦੇ ਗੜ ਰਹੇ ਪਟਿਆਲਾ ਦੇ ਵਿੱਚ ਇਸ ਵਾਰ ਸੇਂਧ ਦੋ ਪਾਸੇ ਤੋਂ ਵੱਜੇਗੀ, ਪਰ ਹੁਣ ਵੇਖਣਾ ਹੋਵੇਗਾ ਕਿ ਸੇਂਧ ਕਿਲਾ ਫਤਿਹ ਕਰਨ ਦੇ ਵਿੱਚ ਤਬਦੀਲ ਹੁੰਦੀ ਹੈ ਜਾਂ ਫਿਰ ਨਹੀਂ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣ ਦਾ ਵਕਤ ਹੈ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਪਟਿਆਲਾ ਤੇ ਤਲਵੰਡੀ ਸਾਬੋ ਦੇ ਵਿੱਚ ਜਿੱਥੇ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਸਵੇਰੇ 7 ਵਜੇ ਤੋਂ ਲੈ ਕੇ ਹੀ ਵੋਟ ਪੋਲ ਹੋਣੀ ਸ਼ੁਰੂ ਹੋ ਗਈ। ਆਮ ਲੋਕਾਂ ਦੇ ਨਾਲ ਉਮੀਦਵਾਰਾਂ ਨੇ ਵੀ ਸਵੇਰੇ ਵੋਟ ਭੁਗਤਾਨ ਦਾ ਕੰਮ ਕੀਤਾ ਅਤੇ ਵੋਟ ਭੁਗਤਾਨ ਦੇ ਨਾਲ ਹੀ ਆਪਣੀ ਜਿੱਤ ਦਾ ਦਾਅਵਾ ਵੀ ਠੋਕਿਆ। ਇੱਥੇ ਅੱਜ ਅਸੀਂ ਦੋਨੋਂ ਸੀਟਾਂ ਜਿੱਤਾਂਗੇ। ਅਸੀਂ ਉੱਤਰਾਖੰਡ ਵਿੱਚ 3 ਸੀਟਾਂ ਜਿੱਤ ਗਏ। टोटल रिवाइवल ऑफ दी कांग्रेस है और 2017 ਵਿੱਚ ਅਸੀਂ ਸਰਕਾਰ ਬਣਾਵਾਂਗੇ। कोई असर नहीं है, नथिंग एट ऑल, जीरो मोदी, जीरो आम, कुछ भी नहीं है। कांग्रेस की रिवाइवल है शुरू ਇੱਥੇ। ਰਿਸਪੌਂਸ ਬਹੁਤ ਵਧੀਆ ਹੈ। ਅੱਜ ਹੱਲੇ ਤੱਕ ਬਹੁਤ ਪੀਸਫੁਲ ਔਰ ਅੱਛੇ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਨੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਕੈਂਡੀਡੇਟ ਨੇ ਭਗਵਾਨ ਦਾਸ ਜੁਨੇਜਾ। ਇਹਨਾਂ ਤੋਂ ਜਾਣਦੇ ਆ ਵੀ ਕਿਸ ਤਰ੍ਹਾਂ ਦੀ ਪੋਸਿਬਿਲਿਟੀਜ਼ ਹੈ इस बार ਦੇ ਇਲੈਕਸ਼ਨ। ਸਰ ਕੀ ਲੱਗਦਾ ਕੈਂਪੇਨ ਬਹੁਤ ਵਧੀਆ ਰਹੀ ਹੈ? हाँ, कंपेन मैं कई दिन तो शहर का दौरा कर रहा, ये बहुत अच्छा रिस्पॉन्स मिल रहा है। जो भारतीय जनता पार्टी और श्रोमणी अकाली दल ने मेरे ते विश्वास जिताया सी, वो बहुत पूरा हो रहा और जनता बड़ी हुम के अपने नाल चल रही है। ਤੇ ਕੀ ਪੋਸਿਬਿਲਿਟੀ ਕੀ ਦੇਖ ਰਹੇ ਹੋ? 7 ਇਲੈਕਸ਼ਨ ਕਾਂਗਰਸ ਉਰੇ ਤੋਂ ਜਿੱਤੀ ਹੈ, ਇਸ ਵਾਰ ਅਮਰਿੰਦਰ ਸਿੰਘ ਨੂੰ ਕੈਂਪੇਨ ਕਰਨੀ ਪਈ ਹੈ, ਲਗਾਤਾਰ 20 ਦਿਨ ਉਰੇ ਰਹਿਣਾ ਪਿਆ ਹੈ। ਤੁਹਾਡਾ ਹੁਣ ਕੀ? मैं तो मतलब जनता का प्यार देख के, बाकी बारे तो मैंने पता नहीं, मैं तो जिथे जिथे भी गया जनता ने मैंने इन्ना ज़्यादा प्यार दिता है भी जित जी 100% यकीनी है। मैं समझदा कि इतों बहुत वड्डा रुझान जो श्रोमणी अकाली दल भारतीय जनता पार्टी उम्मीदवार ने जनेजा जी के हक जा रहा है, क्योंकि लोग समझ चुके हैं जे पटियाला शहर का विकास कराना तो श्रोमणी अकाली दल ते भारतीय जनता पार्टी उम्मीदवार वोटां पाइए। मैं समझदा देख के लंबियां लाइनां लगी तो लाया जा सकता कि लोगों ने फतवा देता भी श्रोमणी अकाली दल के उम्मीदवार को बहुत वड्डी जित जिताउणगे और सुखबीर सिंह बादल जी ते प्रकाश सिंह बादल जी हर मंजूर करेंगे। सरकार का रुझान जिहड़ा हिंदू वोट का हैगा वो ज़्यादातर जनेजा जी वाल ज़्यादा हैगा, क्योंकि पहली बार हिंदू कैंडीडेट इत्थे तो खड़े हुए ने। रुझान दे नाल लोगों का उत्साह भी है भी जे इस टाइम अकाली सरकार सत्ता दे विच हैगी है, उपर बीजेपी सरकार सत्ता दे विच हैगी है, पटियाला दा विकास इसी उस नाल हो सकता है। ਇਹਨਾਂ ਦੋਵੇਂ ਸੀਟਾਂ ਦੇ ਜ਼ਿਮਨੀ ਚੋਣਾਂ ਦੇ ਕਾਰਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਟਿਆਲਾ ਦੀ ਇਸ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵਿਧਾਇਕ ਸਨ, ਪਰ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ ਉਹਨਾਂ ਨੂੰ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਟਲੀ ਦੇ ਖਿਲਾਫ ਉਤਾਰਿਆ ਤੇ ਉਹਨਾਂ ਉਸ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ। ਉਸ ਤੋਂ ਬਾਅਦ ਉਹਨਾਂ ਨੂੰ ਵਿਧਾਇਕ ਦੇ ਤੌਰ ਤੇ ਆਪਣਾ ਅਹੁਦਾ ਖਾਲੀ ਕਰਨਾ ਪਿਆ। ਦੂਜੇ ਪਾਸੇ ਜੇ ਗੱਲ ਕਰੀਏ ਤਲਵੰਡੀ ਸਾਬੋ ਦੀ ਤਾਂ ਉੱਥੋਂ ਜੀਤ ਮੋਹਿੰਦਰ ਸਿੰਘ ਸਿੱਧੂ ਚੋਣ ਜਿੱਤ ਚੁੱਕੇ ਸਨ। ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ, ਜਿਸ ਕਾਰਨ ਉਹਨਾਂ ਨੂੰ ਆਪਣੀ MLA-ਸ਼ਿਪ ਤੋਂ ਵੀ ਰਿਜ਼ਾਈਨ ਕਰਨਾ ਪਿਆ ਅਤੇ ਕਾਂਗਰਸ ਤੋਂ ਵੀ ਰਿਜ਼ਾਈਨ ਕਰਨਾ ਪਿਆ। ਕੈਪਟਨ ਅਮਰਿੰਦਰ ਸਿੰਘ ਦੇ MLA ਸੀਟ ਖਾਲੀ ਕਰਨ ਤੋਂ ਬਾਅਦ ਵੋਟਾਂ ਪਈਆਂ ਤੇ ਉਰੇ ਕਰੀਬ 1.5 ਲੱਖ ਜਿਹੜੇ ਵੋਟਰ ਹੈ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ। 170 ਬੂਥ ਬਣੇ ਨੇ, 8 ਕੈਂਡੀਡੇਟ ਨੇ ਔਰ 3 ਜਿਹੜੇ ਹੈਗੇ ਉਹ ਮੇਨ ਪੋਲੀਟੀਕਲ ਪਾਰਟੀਜ਼ ਹੈ, ਜਿਸ ਅਕਾਲੀ BJP, ਕਾਂਗਰਸ ਔਰ ਆਮ ਆਦਮੀ ਪਾਰਟੀ। ਅਕਾਲੀ BJP ਦੇ ਹਰਪਾਲ ਭਗਵਾਨ ਦਾਸ ਜੁਨੇਜਾ ਨੇ, ਜਦਕਿ ਕਾਂਗਰਸ ਦੀ ਪਰਨੀਤ ਕੌਰ ਜਿਹੜੇ ਕਿ 3 ਵਾਰ MP ਰਹਿ ਚੁੱਕੇ ਨੇ, ਉਹਨਾਂ ਦੇ ਉੱਤੇ ਦਾਅਵੇਦਾਰੀ ਖਿੱਲੀ ਗਈ ਹੈ। ਜਦਕਿ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਅਦਾਲਤੀਵਾਲਾ ਨੇ 1.5 ਲੱਖ ਵੋਟਾਂ ਨੇ
ਔਰ 1.5 ਲੱਖ ਵੋਟਾਂ 'ਚੋਂ ਆਮ ਤੌਰ 'ਤੇ ਉਰੇ 60 ਤੋਂ 70% ਵੋਟਾਂ ਪੋਲ ਹੁੰਦੀਆਂ ਰਹੀਆਂ। ਇਸ ਵਾਰ ਵੀ ਇਹੋ ਜਿਹਾ ਹੀ ਸੀਨ ਰਿਹਾ। ਜਿਹੜਾ ਉਰੇ ਦਾ ਪਟਿਆਲਾ ਦਾ ਸੀਨ ਹੈ ਉਸ ਨੂੰ ਜੇ ਡਿਵਾਈਡ ਕੀਤਾ ਜਾਵੇ ਜੇ ਥਾਣਿਆਂ ਦੇ ਹਿਸਾਬ ਨਾਲ ਤਾਂ 3 ਥਾਣੇ ਕੋਤਵਾਲੀ, ਲਾਹੌਰੀ ਗੇਟ ਔਰ ਸਿਵਲ ਲਾਈਨ ਪੁਲਿਸ ਸਟੇਸ਼ਨ, ਇਹਨਾਂ ਤਿੰਨਾਂ ਦਾ ਜਿਹੜਾ ਏਰੀਆ ਹੈਗਾ ਉਸ ਏਰੀਆ 'ਚ ਇਹ ਵੋਟਾਂ ਪੋਲ ਹੋਈਆਂ ਨੇ। ਤੇ ਜਿਹੜਾ ਇਹਨਾਂ ਦਾ ਰਿਜ਼ਲਟ ਹੈਗਾ ਉਹ 25 ਤਰੀਕ ਨੂੰ ਨਿਕਲੇਗਾ। ਸਾਰੇ ਲੋਕਾਂ ਨੇ ਆਪਦੀਆਂ ਜਿਹੜੀਆਂ ਮਤਾ ਹੈਗਾ ਉਹ ਪਾ ਦਿੱਤਾ ਹੈਗਾ ਔਰ ਇਹ 25 ਤਰੀਕ ਨੂੰ ਪਤਾ ਚੱਲ ਪਾਏਗਾ ਕਿ ਕਿਹੜਾ ਬੰਦਾ ਵਿਨਿੰਗ ਕੰਡੀਸ਼ਨ 'ਚ ਹੈ ਤੇ ਫਾਈਟਿੰਗ 'ਚ ਕੌਣ ਹੈ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਿੱਚ ਸਾਰੇ ਹੀ ਉਮੀਦਵਾਰ ਪੁਰਾਣੇ ਮੁੱਦਿਆਂ ਤੇ ਹੀ ਇਸ ਵਾਰ ਭਿੜੇ ਦੂਜੇ ਦੇ ਨਾਲ ਲੋਹਾ ਵੀ ਲੈ ਚੁੱਕੇ ਨੇ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਮਾਮਲਿਆਂ ਤੇ ਸਿੱਧੂ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਵਜੋਂ ਅਕਾਲੀ ਦਲ ਨੂੰ ਭੰਡਦੇ ਰਹੇ ਨੇ, ਉਹਨਾਂ ਮਸਲਿਆਂ ਤੇ ਹੀ ਅਕਾਲੀ ਦਲ ਦੇ ਨਾਲ ਜੁੜੇ ਨੇ। ਕੱਚ ਵੀ ਇਹ ਖੁਸ਼ੀ ਹੈ ਕਿਉਂਕਿ ਲੋਕੀ ਅੱਜ ਕੀ ਚਾਹੁੰਦੇ ਨੇ, ਕੰਮ, ਡਿਵੈਲਪਮੈਂਟ ਤੇ ਸਾਫ਼ ਸੁਥਰੀ ਰਾਜਨੀਤੀ ਕਰਨ ਵਾਲਾ ਬੰਦਾ। ਤੇ ਮੈਨੂੰ ਇਹ ਖੁਸ਼ੀ ਹੁੰਦੀ ਹੈ ਦੱਸਦਿਆਂ ਕਿ ਪਿਛਲੇ ਲਗਭਗ 16-17 ਸਾਲ ਤੋਂ ਮੈਂ ਇਸ ਹਲਕੇ ਦੀ ਸੇਵਾ ਕਰ ਰਿਹਾ। ਇਸ ਹਲਕੇ ਨੇ ਬੜੀ ਮੇਰੇ ਤੇ ਕਿਰਪਾ ਕੀਤੀ, ਸਾਥ ਦਿੱਤਾ। 3 ਵਾਰ ਮੈਨੂੰ ਲਗਾਤਾਰ MLA ਇੱਥੇ ਬਣਾ ਕੇ ਸੇਵਾ ਬਖਸ਼ੀ ਹੈ ਤੇ ਹੁਣ ਵੀ ਮੈਨੂੰ ਪੂਰਨ ਯਕੀਨ ਵੀ ਹੈ ਤੇ ਉਮੀਦ ਵੀ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਹ ਜਿਮਨੀ ਚੋਣ ਬੜੇ ਰਿਕਾਰਡ ਮਾਰਜਨ ਤੋਂ ਅਸੀਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਤਲਵੰਡੀ ਸਾਬੋ ਵਿੱਚ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ ਸਾਲਾਂ ਵਿੱਚ ਵੰਡੇ ਗਏ ਫੰਡਾਂ ਦਾ ਫਾਇਦਾ ਜ਼ਰੂਰ ਮਿਲ ਸਕਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਪਿਛਲੇ ਦਿਨਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਕਈ ਤਰ੍ਹਾਂ ਦੀ ਗ੍ਰਾਂਟਾਂ ਇਸ ਹਲਕੇ ਦੇ ਵਿੱਚ ਵੰਡ ਚੁੱਕੇ ਨੇ। ਡੇਰਾ ਸਿਰਸਾ ਦੀ ਕਰੀਬ 10,000 ਵੋਟਾਂ ਦਾ ਫਾਇਦਾ ਵੀ ਕਾਂਗਰਸੀ ਉਮੀਦਵਾਰ ਨੂੰ ਮਿਲਣ ਦਾ ਭਰੋਸਾ ਹੈ ਕਿਉਂਕਿ ਡੇਰਾ ਸਿਰਸਾ ਦੇ ਮੁਖੀ ਹਰਮਿੰਦਰ ਸਿੰਘ ਜੱਸੀ ਦੇ ਸੋ ਉਮੀਦਵਾਰਾਂ ਦੀ ਕਿਸਮਤ ਹੁਣ EVM ਮਸ਼ੀਨਾਂ ਦੇ ਵਿੱਚ ਕੈਦ ਹੋ ਗਈ ਹੈ, ਜੋ ਕਿ 25 ਅਗਸਤ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿਸ ਦੇ ਕਿੰਨੇ ਦਾਅਵਿਆਂ ਦੇ ਵਿੱਚ ਹਕੀਕਤ ਸੀ। ਜਿੱਥੇ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ BJP ਵਿਕਾਸ ਦੇ ਨਾਮ ਤੇ ਵੋਟਾਂ ਮੰਗ ਰਹੀ ਹੈ, ਉੱਥੇ ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਬਦਲਾਅ ਦੀ ਗੱਲ ਕਰ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਲੋਕ ਕਿਸ ਨੂੰ ਆਪਣਾ ਮਤ ਦਿੰਦੇ ਨੇ ਤੇ ਕਿਸ ਨੂੰ ਇੱਕ ਵਾਰ ਫਿਰ ਤੋਂ ਠੇਂਗਾ ਦਿਖਾਉਂਦੇ ਨੇ। ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।